ਇੱਕ ਡਾਕ- ਜਿਹੜੀ ਨਾ BC ਦੀ ਨਿਊਜ਼ ਹੈ ਬਹੁਤ ਚੰਗੀ ਆ ਰਹੀ ਹੈ, ਇੱਕ ਜਿਹੜੀ ਮੈਂ ਸ਼ੇਅਰ ਕਰਨਾ ਚਾਹੁੰਦਾ ਵੀ ਜਿਹੜੇ ICU 'ਚ ਐਡਮਿਟਡ ਸੀ ਕੋਵਿਡ ਦੇ ਜੀ ਪੇਸ਼ੈਂਟ 115 ਜਿਹੜੇ ਐਡਮਿਟ ਹੋਏ BC ਦੇ ਲੋਅਰ ਮੇਨਲੈਂਡ 'ਚ 85% ਜਿਹੜੇ ਵਿਅਕਤੀ ਉਹ ਰਾਜੀ ਬਾਜੀ ਹੋਏ, ਸਿਰਫ 15% ਲੋਕਾਂ ਦੀ ਮੌਤ ਹੋਈ। ਔਰ ਡਾਕਟਰ ਸਾਹਿਬ ਜਿਹੜਾ ਹੁਣ ਜਿੱਦਾਂ ਜਿੱਦਾਂ ਓਪਨਿੰਗ ਹੋ ਰਹੀ ਆ, ਜਿਹੜੇ ਨਿਯਮ ਆ ਉਹ ਢਿੱਲੇ ਪੈਣੇ ਸ਼ੁਰੂ ਹੋ ਗਏ। ਅਮਰੀਕਾ ਦੇ ਵਿੱਚ ਅਜੇ ਵੀ ਸਥਿਤੀ ਲਗਭਗ ਉੱਦਾਂ ਦੀ ਹੈ, ਮਤਲਬ ਬਹੁਤ ਜ਼ਿਆਦਾ ਕਿਹਾ ਨਹੀਂ ਜਾ ਰਿਹਾ ਕਿ ਕਰਵ ਬਿਲਕੁਲ ਥੱਲੇ ਆ ਗਈ ਹੋਵੇ। ਲੱਖ ਤੋਂ ਜ਼ਿਆਦਾ ਉੱਥੇ ਜਿਹੜੀ ਆ ਮੌਤਾਂ ਹੋ ਚੁੱਕੀਆਂ ਨੇ। ਉੱਥੇ ਟਾਈਮ ਲੱਗਣ ਵਾਲਾ। ਅੱਜ ਕਾਫੀ ਸਟੇਟਮੈਂਟ ਉਹਨਾਂ ਦੀ ਅਮੈਂਡਡ ਆ ਰਹੀ ਹੈ ਵੀ ਹੋ ਸਕਦਾ ਉੱਥੇ 1.5 ਲੱਖ ਤੱਕ ਪਹੁੰਚਾ। ਉਹਨਾਂ ਨੇ ਪਹਿਲਾਂ ਜਿਹੜੇ ਪ੍ਰੋਜੈਕਸ਼ਨਸ ਲੈ ਕੇ ਆਉਂਦੇ ਸੀ ਉਹਨੂੰ ਰਿਵਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਉੱਥੇ ਅਜੇ ਕਾਬੂ 'ਚ ਨਹੀਂ ਆ ਰਿਹਾ। ਔਰ ਦੇਖੋ ਅਮਰੀਕਾ 'ਚ 30% ਜਿਹੜਾ ਆਵਾਮ ਆ ਉੱਦਾਂ ਹੀ ਉਹਨਾਂ ਦਾ BMI ਜਿਹੜਾ ਹੈਗਾ ਬੋਡੀ ਮਾਸ ਇੰਡੈਕਸ ਜ਼ਿਆਦਾ ਮੋਟਿਆਂ 'ਚ, ਕਿਉਂਕਿ ਉਹ ਅਗਰ ਤੁਸੀਂ ਮੈਕਡੋਨਲਡ ਜਾਂ ਹੋਰ ਚਲੇ ਜਾਓ ਉਹ ਸੁਪਰ ਸਾਈਜ਼ ਤੇ ਜ਼ਿਆਦਾ ਬਿਲੀਵ ਕਰਦੇ ਆ, ਫਰਾਈਆਂ ਵੀ ਜ਼ਿਆਦਾ, 버ਗਰ ਵੀ ਵੱਡੇ, ਜਿਹੜਾ ਕੋਕ ਹੈ 7 ਦਾ ਡਰਿੰਕ ਉਹ ਵੀ ਵੱਡਾ, ਮਤਲਬ ਕਾਰਬੋਹਾਈਡਰੇਟ ਬਹੁਤ ਇਸਤੇਮਾਲ ਕੀਤੇ ਜਾਂਦਾ। ਵੀ ਜਿਹੜਾ ਵੀ ਵਿਅਕਤੀ ਭਾਵੇਂ ਉਹ 40 ਸਾਲ ਦਾ ਹੈ ਨਾ, ਉਹਨੂੰ ਬਲੱਡ ਪ੍ਰੈਸ਼ਰ ਨਹੀਂ ਹੈ, ਡਾਇਬਟੀਜ਼, ਲੇਕਿਨ ਅਗਰ ਉਹ ਮੋਟਾ, ਉਹਦਾ ਅਸਰ ਬਹੁਤ ਜ਼ਿਆਦਾ ਸੀ। ਸੋ ਜਿਹੜੇ ਨਾ ACE2 ਰਿਸੈਪਟਰ ਜਿਹਦੇ ਲੌਕ ਹੁੰਦਾ, ਜਿੰਨੀ ਚਰਬੀ ਜ਼ਿਆਦਾ ਸਰੀਰ 'ਚ ਉਹਨੇ ਜ਼ਿਆਦਾ ACE2 ਰਿਸੈਪਟਰ ਹੈਗੇ ਜਿਹਦੇ ਨਾਲ ਇਹ ਲੌਕ ਇਨ ਹੋ ਕੇ ਬੋਡੀ 'ਚ ਜਾਂਦਾ। ਔਰ ਬੱਚਿਆਂ 'ਚ ਦੇਖੋ ਜਿਹੜੇ ਯੰਗ ਹੁੰਦੇ ਆ ਉਹਨਾਂ 'ਚ ਮੋਟਾਪਾ ਬਹੁਤ ਘੱਟ ਹੁੰਦਾ, ਇਸ ਲਈ ਉਹਨਾਂ 'ਚ ਇਨਫੈਕਸ਼ਨ ਵੀ ਘੱਟ ਹੈ ਕਿਉਂਕਿ ACE2 ਰਿਸੈਪਟਰਸ ਘੱਟ ਹੁੰਦੇ ਆ। ਡਾਕਟਰ ਸਾਹਿਬ ਇੱਕ ਹੋਰ ਗੱਲ ਸਾਹਮਣੇ ਆ ਰਹੀ ਹੈ, ਕਹਿੰਦੇ ਵੀ ਇਹ ਜਿਹੜਾ ਵਾਇਰਸ ਆ ਅਮਰੀਕਾ ਤੇ ਯੂਰਪ ਦੇ ਵਿੱਚ ਹੋਰ ਤਰ੍ਹਾਂ ਲੋਕਾਂ ਦੇ ਉੱਤੇ ਅਟੈਕ ਕਰ ਰਿਹਾ, ਜਿਹੜੀਆਂ ਏਸ਼ੀਅਨ ਕੰਟਰੀਜ਼ ਨੇ, ਚਾਈਨਾ, ਇੰਡੀਆ, ਇਹਨਾਂ ਦੇ ਉੱਤੇ ਹੋਰ ਤਰ੍ਹਾਂ ਉੱਥੇ ਅਸਰ ਹੋ ਰਿਹਾ। ਇਹਦਾ ਵੀ ਕੋਈ ਫਰਕ ਹੈ ਵੀ ਇਹ ਵਾਇਰਸ ਹੋਰ ਆ ਉੱਥੇ ਵਾਲਾ ਜੀ? ਦੇਖੋ ਲੈਬ ਦੇ ਜਦੋਂ ਆਪਾਂ ਟੈਸਟ ਕਰਦੇ ਆ ਤੇ ਜਦੋਂ ਇਨਸਾਨ ਖੰਘਦਾ ਜਾਂ ਛਿੱਕ ਮਾਰਦਾ ਤੇ ਬਹੁਤਾਤਰ ਜਿਹੜੇ ਪਾਰਟੀਕਲਸ ਹੈਗੇ ਆ ਉਹਦੇ ਜਿਹੜੇ ਲਿਕੁਇਡ ਪਾਰਟੀਕਲਸ ਕਿੰਨੇ ਆ ਉਹ ਕਰੀਬਨ 6 ਫੁੱਟ ਤੱਕ ਮੈਕਸਿਮਮ ਜਾਂਦੇ ਆ। ਲੇਕਿਨ ਇਹਦੇ ਵਿੱਚ ਕੋਵਿਡ ਵਿੱਚ ਜਿਹੜੀ ਸਿੱਖਣ ਵਾਲੀ ਗੱਲ ਇਹ ਆ, ਕਿਉਂਕਿ ਇਹਦਾ ਮੋਲੀਕੂਲਰ weight ਵੱਡਾ, ਇਹਦੇ ਬਾਹਰ ਕਵਰ ਹੈਗਾ, ਇਹ 에ਅਰਬੋਰਨ ਨਹੀਂ ਹੈਗਾ। 에ਅਰਬੋਰਨ ਦਾ ਮਤਲਬ ਇਹ ਹੁੰਦਾ ਵੀ ਜਿੱਦਾਂ ਖਸਰਾ ਹੁੰਦਾ, TB ਹੁੰਦੀ, ਉਹ ਬਹੁਤ ਗਾਂਹ ਤੱਕ ਵੀ ਫੈਲਦੀ ਹਵਾ ਦੇ ਨਾਲ। ਹਾਂ ਮੈਂ ਕਹਿੰਦਾ ਵੀ 6 ਫੁੱਟ ਅਸੀਂ ਕਹਿੰਦੇ ਆਏ ਹੋ ਸਕਦਾ 8 ਫੁੱਟ ਵੀ, ਸੋ ਕਿਸੇ ਨੂੰ ਐਗਜ਼ੈਕਟਲੀ ਨਹੀਂ ਪਤਾ। ਲੇਕਿਨ ਜਿਹੜੀ WHO ਨੇ ਗਾਈਡਲਾਈਨਸ ਦਿੱਤੀ ਸੀ ਉਹ ਸੀ ਘੱਟ ਤੋਂ ਘੱਟ 6 ਫੁੱਟ। ਅਗਰ ਉਸ ਤੋਂ ਗਾਂਹ ਵੀ ਫਾਸਲਾ ਹੋ ਜਾਏ ਤਾਂ ਕੋਈ ਉਹਦਾ ਨੁਕਸਾਨ ਨਹੀਂ ਹੈਗਾ। ਫਿਰ ਮੈਂ ਕਹੂੰਗਾ ਅਗਰ ਆਪਾਂ ਮਾਸਕ ਪਾਉਂਦੇ ਆ ਤੇ ਤੁਹਾਨੂੰ ਬੈਨੀਫਿਟ ਹੈਗਾ। ਸੋ ਇਸ ਲਈ ਆਪਾਂ 6 ਫੁੱਟ ਤੋਂ 8 ਫੁੱਟ ਕਰ ਲਈਏ ਔਰ ਮਾਸਕ ਪਾਈਏ ਤੇ ਬੈਨੀਫਿਟ ਹੈਗਾ। ਲੇਕਿਨ ਅਗਰ ਅਸੀਂ ਸਾਰੀਆਂ ਚੀਜ਼ਾਂ ਦੇਖੀਏ, ਇਹ ਅਸੀਂ ਕਰਦੇ ਆ ਰਹੇ ਹਾਂ, ਸਾਨੂੰ ਸਕਸੈਸ ਮਿਲ ਰਹੀ ਆ, ਆਲ ਓਵਰ ਦਾ ਵਰਲਡ ਮਿਲ ਰਹੀ ਆ। ਹੁਣ ਕਦੀ ਵੀ ਰਿਸਕ ਜਿਹੜਾ ਇਹ ਜ਼ੀਰੋ ਤੇ ਨਹੀਂ ਜਾਊਗਾ, ਹੈ ਨਾ। ਕੋਈ ਵਿਅਕਤੀ ਕਹੂਗਾ ਮੈਂ 10 ਫੁੱਟ 'ਚ ਸੀ ਫਿਰ ਵੀ ਮੈਂ ਵਾਇਰਸ ਕੈਚ ਕੀਤਾ, ਕੋਈ ਕਹੂਗਾ ਵੀ ਮੇਰੀ ਅੱਖਾਂ ਦੇ ਰੂਟ ਦੇ ਰਾਹੀਂ ਚਲਾ ਗਿਆ, ਉਹ ਗੱਲਾਂ ਹੁੰਦੀਆਂ ਰਹਿਣਗੀਆਂ। ਲੇਕਿਨ ਇੱਕ ਜਨਰਲ ਸਟੇਟਮੈਂਟ 'ਚ ਅਜੇ ਵੀ WHO ਕਹਿੰਦਾ 6 ਫੁੱਟ, ਬਟ ਮੈਂ ਕਹੂੰਗਾ ਵੀ ਅਗਰ ਆਪਾਂ 6 ਫੁੱਟ ਤੋਂ ਥੋੜਾ ਗਾਂਹ ਚਲੇ ਜਾਈਏ ਤਾਂ ਕੋਈ ਹਰਜ ਨਹੀਂ ਹੈ। ਸੋ ਕੱਪੜੇ ਦੇ ਮਾਸਕ ਜਿਹੜੇ ਹੈਗੇ ਉਹ ਗੁੱਡ ਆ, ਕਈ ਕੰਟਰੀਜ਼ 'ਚ ਤੇ ਮੈਂਡੇਟਡ ਆ। ਅਗਰ ਤੁਸੀਂ ਹਿੰਦੁਸਤਾਨ 'ਚ ਹੋ ਤੇ ਉੱਥੇ ਲਾਅ ਹੈਗਾ, ਵਾਇਓਲੇਸ਼ਨ ਹੋਏਗੀ। ਹੁਣ ਜਿਹੜੀ ਕੰਟਰੀਜ਼ ਨੇ ਮਾਸਕ ਪਹਿਲਾਂ ਤੋਂ ਸ਼ੁਰੂ ਕੀਤੇ, ਖਾਸ ਕਰਕੇ ਤਾਇਵਾਨ, ਸਿੰਗਾਪੁਰ, ਹਾਂਗਕਾਂਗ, ਜਾਪਾਨ, ਉਹਨਾਂ ਨੂੰ ਇੰਨੀ ਟਰਬਲ ਨਹੀਂ ਆਈ। ਹੋਰ ਅਗਰ ਆਪਾਂ ਦੇਖੋ ਬੜੀ ਬੇਸਿਕ ਚੀਜ਼ ਹੋ ਰਹੀ ਹੈ, ਇਹ ਰੈਸਪੀਰੇਟਰੀ ਵਾਇਰਸ ਹੈ ਬਹੁਤਾ। ਸੋ ਅਗਰ ਮਾਸਕ ਲਾਈਏ, ਅਗਰ ਮੈਂ ਖੰਘ ਰਿਹਾ ਤੇ ਮੇਰੇ ਕੋ ਹੀ ਬਹੁਤ ਜ਼ਿਆਦਾ ਸੈਕ੍ਰੀਸ਼ਨ ਮੇਰੇ ਮਾਸਕ 'ਚ ਰਹੂਗਾ, ਔਰ ਅਗਰ ਅਗਲੇ ਨੇ ਵੀ ਲਾਇਆ ਤੇ ਉਹਦੇ ਕੋਲ ਵੀ ਅਗਰ ਵਾਇਰਸ ਜਾਂਦਾ ਤੇ ਬਹੁਤ ਘੱਟ ਜਾਊਗਾ। ਦੋਸਤੋ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਅਸੀਂ ਗੱਲਬਾਤ ਕਰਨੀ ਹੈ ਡਾਕਟਰ ਪ੍ਰਗਟ ਸਿੰਘ ਪੁਰਜੀ ਹੋਣਾ ਦੇ ਨਾਲ। 2-3 ਮਸਲੇ, ਖਾਸ ਤੌਰ 'ਤੇ ਅੱਜ ਜਿਹੜਾ ਮਸਲਾ ਆ ਸੋਸ਼ਲ ਡਿਸਟੈਂਸਿੰਗ ਵਾਲਾ, ਕਿ ਇੱਦਾਂ ਦੀਆਂ ਖਬਰਾਂ ਆ ਰਹੀਆਂ ਕਿ ਜਿਹੜੀ ਚੀਜ਼ਾਂ ਅਸੀਂ ਸੁਣਦੇ ਆਏ ਹਾਂ ਪਿਛਲੇ ਲੰਬੇ ਸਮੇਂ ਤੋਂ, ਜਦੋਂ ਦਾ ਇਹ ਮਾਰਚ ਦਾ ਸ਼ੁਰੂ ਹੋਇਆ, ਫਰਵਰੀ ਦਾ, ਔਰ ਕਿ ਜਿਹੜਾ 2 ਮੀਟਰ ਦਾ ਫਾਸਲਾ ਰੱਖੋ, ਹੁਣ ਕਿਹਾ ਜਾ ਰਿਹਾ ਕਿ ਉਹ ਵੀ ਐਨਫ ਨਹੀਂ ਆ। ਕਿੰਨਾ ਰੱਖਣਾ ਚਾਹੀਦਾ ਉਹ ਕਹਿੰਦੇ ਪਤਾ ਨਹੀਂ। ਇਹ ਕੀ ਚੱਕਰ ਆ, ਕਿੱਦਾਂ ਫੈਲ ਸਕਦਾ, ਇਹਦੇ ਬਾਰੇ ਗੱਲਬਾਤ ਕਰਦੇ ਹਾਂ ਡਾਕਟਰ ਪ੍ਰਗਟ ਸਿੰਘ ਪੁਰਜੀ ਹੋਣਾ ਨਾਲ। ਡਾਕਟਰ ਸਾਹਿਬ ਸਾਡੇ ਨਾਲ ਨੇ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ, ਉਹਨਾਂ ਕੋਲੋਂ ਜਾਣਕਾਰੀ ਲੈਂਦੇ ਹਾਂ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ, ਜੀ ਆਇਆਂ ਨੂੰ। ਬਹੁਤ ਬਹੁਤ ਧੰਨਵਾਦ ਜਸਕਰਨ ਜੀ ਤੇ ਸਾਰੇ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਅੱਜ ਇੱਕ ਖਬਰ ਆ ਰਹੀ ਹੈ ਕਿਤਿਓਂ ਕਿ ਕੁਛ ਯੂਨੀਵਰਸਿਟੀ ਆਫ ਤਾਈਵਾਨ ਜਾਂ ਕੈਲੀਫੋਰਨੀਆ ਦੇ ਵਿੱਚ ਇਹ ਕਿਹਾ ਗਿਆ ਕਿ ਜਿਹੜਾ 2 ਮੀਟਰ ਦਾ ਫਾਸਲਾ ਆ, ਇਹ ਵੀ ਤੁਹਾਨੂੰ ਪੂਰੀ ਤਰ੍ਹਾਂ ਬਚਾ ਨਹੀਂ ਸਕਦਾ ਵਾਇਰਸ ਤੋਂ, ਵੀ ਜਿੱਦਾਂ ਸਿਗਰਟ ਦਾ ਧੂੰਆਂ ਕਿਤੇ ਵੀ ਪਹੁੰਚ ਸਕਦਾ, ਇਹ ਵੀ ਇੱਧਰ ਉੱਧਰ ਜਾ ਸਕਦਾ। ਇਹ ਕੀ ਚੱਕਰ ਆ ਜੀ?
ਦੇਖੋ ਲੈਬ ਦੇ ਜਦੋਂ ਆਪਾਂ ਟੈਸਟ ਕਰਦੇ ਆ ਜੀ ਤੇ ਜਦੋਂ ਇਨਸਾਨ ਖੰਘਦਾ ਜਾਂ ਛਿੱਕ ਮਾਰਦਾ ਤੇ ਬਹੁਤਾਤਰ ਜਿਹੜੇ ਪਾਰਟੀਕਲਸ ਹੈਗੇ ਆ ਉਹਦੇ ਜਿਹੜੇ ਲਿਕੁਇਡ ਪਾਰਟੀਕਲਸ ਕਹਿੰਦੇ ਆ ਉਹ ਕਰੀਬਨ 6 ਫੁੱਟ ਤੱਕ ਮੈਕਸਿਮਮ ਜਾਂਦੇ ਆ। ਕੁਝ ਜਿਹੜੇ ਟ੍ਰੈਜੈਕਟਰੀ ਆ ਐਰੋਸੋਲ ਉਹ ਗਾਂਹ ਵੀ ਜਾਂਦੀ ਆ, ਲੇਕਿਨ ਇਹਦੇ ਵਿੱਚ ਕੋਵਿਡ ਵਿੱਚ ਜਿਹੜੀ ਸਿੱਖਣ ਵਾਲੀ ਗੱਲ ਇਹ ਆ ਕਿਉਂਕਿ ਇਹਦਾ ਮੋਲੀਕੂਲਰ weight ਵੱਡਾ, ਇਹਦੇ ਬਾਹਰ ਕਵਰ ਹੈਗਾ, ਇਹ 에ਅਰਬੋਰਨ ਨਹੀਂ ਹੈਗਾ। 에ਅਰਬੋਰਨ ਦਾ ਮਤਲਬ ਇਹ ਹੁੰਦਾ ਵੀ ਜਿੱਦਾਂ ਖਸਰਾ ਹੁੰਦਾ, ਟੀਬੀ ਹੁੰਦੀ ਆ, ਬਹੁਤ ਗਾਂਹ ਤੱਕ ਵੀ ਫੈਲਦੀ ਹਵਾ ਦੇ ਨਾਲ। ਹਾਂ, ਮੈਂ ਕਹਿੰਦਾ ਵੀ 6 ਫੁੱਟ ਅਸੀਂ ਕਹਿੰਦੇ ਆਏ ਹਾਂ, ਹੋ ਸਕਦਾ 8 ਫੁੱਟ ਵੀ, ਸੋ ਕਿਸੇ ਨੂੰ ਐਗਜ਼ੈਕਟਲੀ ਨਹੀਂ ਪਤਾ। ਲੇਕਿਨ ਜਿਹੜੀ WHO ਨੇ ਗਾਈਡਲਾਈਨਸ ਦਿੱਤੀ ਸੀ ਉਹ ਸੀ ਘੱਟ ਤੋਂ ਘੱਟ 6 ਫੁੱਟ। ਅਗਰ ਉਸ ਤੋਂ ਗਾਂਹ ਵੀ ਫਾਸਲਾ ਹੋ ਜਾਏ ਤਾਂ ਕੋਈ ਉਹਦਾ ਨੁਕਸਾਨ ਨਹੀਂ ਹੈਗਾ। ਸੋ ਸਾਨੂੰ ਇਹ ਮਿਨੀਮਮ ਸਟੈਂਡਰਡ ਆ। ਜਦੋਂ ਆਪਾਂ ਕੋਈ ਵੀ ਚੀਜ਼ ਆਪਾਂ ਬਿਲਡ ਕਰਦੇ ਹਾਂ ਤੇ ਮਿਨੀਮਮ ਸਟੈਂਡਰਡ ਰੱਖਦੇ ਹਾਂ, ਉਸ ਤੋਂ ਗਾਂਹ ਪੱਕੀ ਚੀਜ਼ ਲਾ ਲਓ, ਤੁਹਾਡੀ ਮਰਜ਼ੀ ਆ। ਸੋ ਮੈਂ ਤੇ ਇਹ ਕਹੂੰਗਾ ਵੀ ਫਾਸਲਾ ਜ਼ਿਆਦਾ ਰੱਖੀਏ। ਫਿਰ ਮੈਂ ਕਹੂੰਗਾ ਅਗਰ ਆਪਾਂ ਮਾਸਕ ਪਾਉਂਦੇ ਆ ਤੇ ਤੁਹਾਨੂੰ ਬੈਨੀਫਿਟ ਹੈਗਾ। ਸੋ ਇਸ ਲਈ ਆਪਾਂ 6 ਫੁੱਟ ਤੋਂ 8 ਫੁੱਟ ਨੂੰ ਕਰ ਲਈਏ ਔਰ ਮਾਸਕ ਪਾਈਏ ਤੇ ਬੈਨੀਫਿਟ ਹੈਗਾ। ਲੇਕਿਨ ਅਗਰ ਅਸੀਂ ਸਾਰੀਆਂ ਚੀਜ਼ਾਂ ਦੇਖੀਏ, ਇਹ ਅਸੀਂ ਕਰਦੇ ਆ ਰਹੇ ਹਾਂ, ਸਾਨੂੰ ਸਕਸੈਸ ਮਿਲ ਰਹੀ ਆ, ਆਲ ਓਵਰ ਦਾ ਵਰਲਡ ਮਿਲ ਰਹੀ ਆ। ਹੁਣ ਕਦੀ ਵੀ ਰਿਸਕ ਜਿਹੜਾ ਇਹ ਜ਼ੀਰੋ ਤੇ ਨਹੀਂ ਜਾਊਗਾ, ਹਨਾ। ਕੋਈ ਵਿਅਕਤੀ ਕਹੂਗਾ ਮੈਂ 10 ਫੁੱਟ 'ਚ ਸੀ ਫਿਰ ਵੀ ਮੈਂ ਵਾਇਰਸ ਕੈਚ ਕੀਤਾ, ਕੋਈ ਕਹੂਗਾ ਵੀ ਮੇਰੀ ਅੱਖਾਂ ਦੇ ਰੂਟ ਦੇ ਰਾਹੀਂ ਚਲਾ ਗਿਆ। ਉਹ ਗੱਲਾਂ ਹੁੰਦੀਆਂ ਰਹਿਣਗੀਆਂ, ਲੇਕਿਨ ਇੱਕ ਜਨਰਲ ਸਟੇਟਮੈਂਟ 'ਚ ਅਜੇ ਵੀ WHO ਕਹਿੰਦਾ 6 ਫੁੱਟ। ਬਟ ਮੈਂ ਕਹੂੰਗਾ ਵੀ ਅਗਰ ਆਪਾਂ 6 ਫੁੱਟ ਤੋਂ ਥੋੜਾ ਗਾਂਹ ਚਲੇ ਜਾਈਏ ਤਾਂ ਕੋਈ ਹਰਜ ਨਹੀਂ ਹੈਗਾ। ਜੀ ਡਾਕਟਰ ਸਾਹਿਬ ਇੱਕ ਹਾਂਜੀ। ਜਿਹੜਾ ਮਾਸਕ ਦਾ ਮੁੱਦਾ ਕਿ ਨਿਊਯਾਰਕ ਦੇ ਵਿੱਚ ਇਹ ਕਿਹਾ ਗਿਆ ਕਿ ਜੇ ਜਿਹੜਾ ਵੀ ਕੋਈ ਬਿਜ਼ਨਸ ਵਾਲਾ ਆ ਉਹ ਮਨਾ ਕਰ ਸਕਦਾ ਕਿ ਤੁਸੀਂ ਜੇ ਮਾਸਕ ਪਾ ਕੇ ਨਹੀਂ ਆਏ ਤਾਂ ਡਿਨਾਈ ਕਰ ਸਕਦਾ ਤੁਹਾਡੀ ਐਂਟਰੀ। ਇਹ ਕਿੰਨਾ ਕੁ ਜ਼ਰੂਰੀ ਹੈ ਜੀ ਮਾਸਕ? ਦੇਖੋ ਮਾਸਕ ਜਿਹੜਾ ਹੈਗਾ ਨਾਨ ਮੈਡੀਕਲ ਮਾਸਕ ਜਿਹੜਾ ਕੱਪੜੇ ਦਾ ਬਣਿਆ, ਉਹ ਬਹੁਤਾ ਸਾਰਾ ਤੁਹਾਡਾ ਸੈਕਰੀਸ਼ਨ ਜਿਹੜਾ ਹੈਗਾ, ਜਿਹੜਾ ਸੰਘਣਾ ਸੈਕਰੀਸ਼ਨ ਜਿਹਦੇ ਨਾਲ ਮੋਸਟਲੀ ਕੋਵਿਡ ਫੈਲਦਾ, ਉਹ ਤੁਹਾਡੇ ਕੋਲ ਹੀ ਰਹਿ ਜਾਊਗਾ। ਬਹੁਤ ਥੋੜਾ ਜਿਹੜਾ ਲੀਕੇਜ ਹੋਏਗਾ, ਔਰ ਅਗਲੇ ਨੇ ਵੀ ਅਗਰ ਪਾਇਆ ਤੇ ਅਬਾਊਟ 90-95% ਪ੍ਰੋਟੈਕਸ਼ਨ ਹੈਗੀ ਆ। ਸੋ 100% ਦੇਖੋ ਆਪਾਂ ਉਹ N95 ਪਹਿਲੀ ਗੱਲ ਤਾਂ ਮਹਿੰਗੇ ਆ, ਦੂਜਾ ਲਾਉਣੇ ਬੜੇ ਔਖੇ ਆ, ਤੀਜਾ ਉਹਦੀ ਸੀਲ ਬਹੁਤ ਪ੍ਰੋਪਰ ਚਾਹੀਦੀ ਆ। ਸੋ ਅਗਰ ਆਪਾਂ ਪ੍ਰੈਕਟੀਕਲ ਤੌਰ ਤੇ ਆਪਾਂ ਨੂੰ ਪ੍ਰੈਕਟੀਕਲ ਰਹਿਣਾ ਪੈਣਾ, ਹੋਰ ਸਭ्य ਰਹਿਣਾ ਪੈਣਾ। ਸੋ ਕੱਪੜੇ ਦੇ ਮਾਸਕ ਜਿਹੜੇ ਹੈਗੇ ਉਹ ਗੁੱਡ ਆ। ਕਈ ਕੰਟਰੀਜ਼ 'ਚ ਤੇ ਮੈਂਡੇਟਡ ਆ। ਅਗਰ ਤੁਸੀਂ ਹਿੰਦੁਸਤਾਨ 'ਚ ਹੋ ਤੇ ਉੱਥੇ ਲਾਅ ਹੈਗਾ, ਵਾਇਓਲੇਸ਼ਨ ਹੋਏਗੀ। ਹੁਣ ਜਿਹੜੀ ਕੰਟਰੀਜ਼ ਨੇ ਮਾਸਕ ਪਹਿਲਾਂ ਤੋਂ ਸ਼ੁਰੂ ਕੀਤੇ, ਖਾਸ ਕਰਕੇ ਤਾਇਵਾਨ, ਸਿੰਗਾਪੁਰ, ਹਾਂਗਕਾਂਗ, ਜਾਪਾਨ, ਉਹ ਉਹਨਾਂ ਨੂੰ ਇੰਨੀ ਟਰਬਲ ਨਹੀਂ ਆਈ। ਹੋਰ ਅਗਰ ਆਪਾਂ ਦੇਖੋ ਬੜੀ ਬੇਸਿਕ ਚੀਜ਼ ਹੋ ਰਹੀ ਹੈ, ਇਹ ਰੈਸਪੀਰੇਟਰੀ ਵਾਇਰਸ ਹੈ ਬਹੁਤਾ। ਸੋ ਅਗਰ ਮਾਸਕ ਲਾਈਏ, ਅਗਰ ਮੈਂ ਖੰਘ ਰਿਹਾ ਤੇ ਮੇਰੇ ਕੋ ਹੀ ਬਹੁਤ ਜ਼ਿਆਦਾ ਸੈਕਰੀਸ਼ਨ ਮੇਰੇ ਮਾਸਕ 'ਚ ਰਹੂਗਾ, ਔਰ ਅਗਰ ਅਗਲੇ ਨੇ ਵੀ ਲਾਇਆ ਤੇ ਉਹਦੇ ਕੋਲ ਵੀ ਅਗਰ ਵਾਇਰਸ ਜਾਂਦਾ ਤੇ ਬਹੁਤ ਘੱਟ ਜਾਊਗਾ। ਸੋ ਅਗਰ ਉਹਦੇ 'ਚ ਆਪਾਂ ਫਿਲਟਰਸ ਪਾ ਲੈਣੇ, ਭਾਵੇਂ ਟਿਸ਼ੂ ਦੇ ਜਾਂ ਕਾਫੀ ਫਿਲਟਰ, ਤੇ ਹੋਰ ਪ੍ਰੋਟੈਕਸ਼ਨ ਮਿਲ ਸਕਦੀ ਹੈ। ਸੋ ਮਾਸਕ ਜਿਹੜਾ ਹੈਗਾ ਲਾਉਣਾ ਜ਼ਰੂਰੀ ਹੈ। ਇੱਕ ਵੀਡੀਓ ਫਲੋਟ ਹੋ ਰਹੀ ਹੈ ਇੱਕ ਨਰਸ ਦੀ ਸੋਸ਼ਲ ਮੀਡੀਆ 'ਚ ਵੀ ਤੁਹਾਡਾ ਕਾਰਬਨ ਡਾਈਆਕਸਾਈਡ ਵੱਧ ਜਾਊਗਾ, ਐਸਿਡੋਟਿਕ ਹੋ ਜਾਊਗਾ। ਇਹੋ ਜਿਹੀ ਕੋਈ ਸਟੱਡੀ ਨਹੀਂ ਹੈਗੀ। ਦੇਖੋ ਇੰਡੀਵਿਜੂਅਲ ਜਿਹੜੀਆਂ ਗੱਲਾਂ ਹੈਗੀਆਂ, ਲੇਕਿਨ ਮਾਸਕ ਜਿਹੜਾ ਹੈਗਾ ਉਹ ਤੁਹਾਨੂੰ ਪ੍ਰੋਟੈਕਸ਼ਨ ਦੇਊਗਾ ਕੋਵਿਡ ਵਾਸਤੇ। ਜਿਹੜੀ ਨਾ BC ਦੀ ਨਿਊਜ਼ ਹੈ ਬਹੁਤ ਚੰਗੀ ਆ ਰਹੀ ਹੈ, ਇੱਕ ਜਿਹੜੀ ਮੈਂ ਸ਼ੇਅਰ ਕਰਨਾ ਚਾਹੁੰਦਾ ਵੀ ਜਿਹੜੇ ICU 'ਚ ਐਡਮਿਟਡ ਸੀ ਕੋਵਿਡ ਦੇ ਪੇਸ਼ੈਂਟ, 115 ਜਿਹੜੇ ਐਡਮਿਟ ਹੋਏ BC ਦੇ ਲੋਅਰ ਮੇਨਲੈਂਡ 'ਚ, 85% ਜਿਹੜੇ ਵਿਅਕਤੀ ਉਹ ਰਾਜੀ ਬਾਜੀ ਹੋਏ, ਸਿਰਫ 15% ਲੋਕਾਂ ਦੀ ਮੌਤ ਹੋਈ। ਔਰ ਬਹੁਤਾ ਕਰਕੇ ਬਹੁਤ ਵਿਕਸਿਤ ਮੁਲਕਾਂ ਦੇ ਵਿੱਚ ਵੀ 30 ਤੋਂ 50% ਲੋਕੀ ਜਦੋਂ ICU 'ਚ ਜਾਂਦੇ ਕੋਵਿਡ ਵਾਲੇ, ਉਹ ਦਮ ਤੋੜ ਦਿੰਦੇ ਆ। ਸੋ ਵੈਂਕੂਵਰ ਅਗੇਨ ਸੁਰਖੀਆਂ 'ਚ ਹੈਗਾ। ਇਹਨਾਂ ਦੀ ਕੇਅਰ, ਇਹਨਾਂ ਦੀ ਕੈਪੈਸਿਟੀ, ਇਕਵਿਪਮੈਂਟ ਔਰ ਐਕਸਪਰਟਿਜ਼ ਤਗੜੀ ਗਿਣੀ ਗਈ ਹੈ ਪੂਰੇ ਵਰਲਡ 'ਚ। ਡਾਕਟਰ ਸਾਹਿਬ ਇੱਕ ਹੋਰ ਗੱਲ ਸਾਹਮਣੇ ਆ ਰਹੀ ਹੈ, ਕਹਿੰਦੇ ਵੀ ਇਹ ਜਿਹੜਾ ਵਾਇਰਸ ਆ ਅਮਰੀਕਾ ਤੇ ਯੂਰਪ ਦੇ ਵਿੱਚ ਹੋਰ ਤਰ੍ਹਾਂ ਲੋਕਾਂ ਦੇ ਉੱਤੇ ਅਟੈਕ ਕਰ ਰਿਹਾ, ਜਿਹੜੀਆਂ ਏਸ਼ੀਅਨ ਕੰਟਰੀਜ਼ ਨੇ, ਚਾਈਨਾ, ਇੰਡੀਆ, ਇਹਨਾਂ ਦੇ ਉੱਤੇ ਹੋਰ ਤਰ੍ਹਾਂ ਉੱਥੇ ਅਸਰ ਹੋ ਰਿਹਾ। ਇਹਦਾ ਵੀ ਕੋਈ ਫਰਕ ਆ ਵੀ ਇਹ ਵਾਇਰਸ ਹੋਰ ਆ ਉੱਥੇ ਵਾਲਾ ਜੀ? ਦੇਖੋ ਵਾਇਰਸ ਹਮੇਸ਼ਾ ਚੇਂਜ ਕਰਦਾ, ਲੇਕਿਨ ਆਪਾਂ ਕਹੀਏ ਦੋ ਇਹਦੇ ਸਾਹਮਣੇ ਆ ਰਹੇ, ਇੱਕ ਮਾਈਲਡ ਵਾਲਾ ਫਾਰਮ ਹੈਗਾ ਔਰ ਇੱਕ ਜਿਹੜਾ ਸਟਰੋਂਗ ਵਾਲਾ ਫਾਰਮ ਹੈਗਾ। ਔਰ ਬਹੁਤਾ ਕਰਕੇ ਜਿਹੜਾ ਓਨਟਾਰੀਓ, ਮੌਂਟਰੀਅਲ, ਨਿਊਯਾਰਕ ਦੇ ਵਿੱਚ ਔਰ ਯੂਰਪ 'ਚ ਹੋਇਆ, ਸਪੇਨ, ਇਟਲੀ, ਲੰਡਨ 'ਚ, ਉਹ ਜ਼ਿਆਦਾ ਘਾਤਕ ਸੀ। ਜਿਹੜਾ ਚਾਈਨਾ, ਸ਼ਾਇਦ BC ਵਾਲਾ, ਸ਼ਾਇਦ ਇੰਡੀਆ ਵਾਲਾ ਵੀ ਇੰਨਾ ਘਾਤਕ ਨਹੀਂ ਹੈ। ਉਹਨੂੰ ਕਹਿੰਦੇ ਵਿਰੂਲੈਂਸ। ਵਿਰੂਲੈਂਸ ਮਤਲਬ ਇਹ ਹੈਗਾ ਵੀ ਉਹ ਕਿੰਨਾ ਕੁ ਜ਼ਿਆਦਾ ਆਪਣਾ ਜ਼ੋਰ ਪਾ ਸਕਦਾ। ਸੋ ਇਹ ਵੀ ਇੱਕ ਫੈਕਟਰ ਸਾਹਮਣੇ ਆ ਰਿਹਾ।
ਉਹ ਵੱਖ-ਵੱਖ ਉਹਦੇ ਨਾਂ ਦੱਸੇ ਜਾ ਰਹੇ ਆ, ਲੇਕਿਨ ਮੈਂ ਕੰਪਲਿਕੇਸ਼ਨ ਚ ਨਹੀਂ ਲੈ ਕੇ ਜਾਣਾ ਚਾਹੁੰਦਾ, ਉਹ ਮੈਡੀਕਲ ਟਰਮੀਨੋਲੋਜੀਸ ਆ। ਸੋ ਹਾਂ, ਹੈਗਾ ਇਹ ਕੋਵਿਡ ਵਾਇਰਸ ਹੀ ਆ, ਲੇਕਿਨ ਇੱਕ ਜ਼ਿਆਦਾ ਘਾਤਕ ਆ ਔਰ ਇੱਕ ਘੱਟ ਘਾਤਕ ਹੈਗਾ। ਡਾਕਟਰ ਸਾਹਿਬ, ਜਿਹੜਾ ਹੁਣ ਜਿੱਦਾਂ ਜਿੱਦਾਂ ਓਪਨਿੰਗ ਹੋ ਰਹੀ ਆ, ਜਿਹੜੇ ਨਿਯਮ ਆ ਉਹ ਢਿੱਲੇ ਪੈਣੇ ਸ਼ੁਰੂ ਹੋ ਗਏ। ਅਮਰੀਕਾ ਦੇ ਵਿੱਚ ਅਜੇ ਵੀ ਸਥਿਤੀ ਲਗਭਗ ਉੱਦਾਂ ਦੀ ਹੈ, ਮਤਲਬ ਬਹੁਤ ਜ਼ਿਆਦਾ ਕਿਹਾ ਨਹੀਂ ਜਾ ਰਿਹਾ ਕਿ ਕਰਵ ਬਿਲਕੁਲ ਥੱਲੇ ਆ ਗਈ ਹੋਵੇ। ਲੱਖ ਤੋਂ ਜ਼ਿਆਦਾ ਉੱਥੇ ਜਿਹੜੀ ਆ ਮੌਤਾਂ ਹੋ ਚੁੱਕੀਆਂ ਨੇ। ਕੀ ਲੱਗਦਾ ਕਿ ਇਹ ਕਦੋਂ ਕਿ ਸਾਰਾ ਕੁਝ ਉੱਥੇ ਖਤਮ ਹੋ ਜਾਊਗਾ ਜੀ? ਉੱਥੇ ਟਾਈਮ ਲੱਗਣ ਵਾਲਾ। ਅੱਜ ਕਾਫੀ ਸਟੇਟਮੈਂਟ ਉਹਨਾਂ ਦੀ ਅਮੈਂਡਡ ਆ ਰਹੀ ਹੈ ਵੀ ਹੋ ਸਕਦਾ ਉੱਥੇ 1.5 ਲੱਖ ਤੱਕ ਮੌਤਾਂ ਹੋਣ। ਉਹਨਾਂ ਨੇ ਪਹਿਲਾਂ ਜਿਹੜੇ ਪ੍ਰੋਜੈਕਸ਼ਨਸ ਲੈ ਕੇ ਆਉਂਦੇ ਸੀ ਉਹਨੂੰ ਰਿਵਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਉੱਥੇ ਅਜੇ ਕਾਬੂ 'ਚ ਨਹੀਂ ਆ ਰਿਹਾ ਔਰ ਇਹ ਬਹੁਤ ਵੱਡਾ ਕੰਟਰੀ ਹੈਗਾ ਔਰ ਵਾਇਰਸ ਕਾਫੀ ਵੱਡੀ ਮਾਤਰਾ 'ਚ ਸਪਰੈਡ ਹੋਇਆ। ਉਹ ਸੋਚਦੇ ਆ ਉਹਨਾਂ ਦਾ ਵਾਇਰਸ ਵੀ ਜ਼ਿਆਦਾ ਘਾਤਕ ਜਾਂ ਵਿਰੂਲੈਂਟ ਸੀ, ਜ਼ਿਆਦਾ ਉੱਥੇ ਵੀ ਬਜ਼ੁਰਗ ਆ ਜਾਂ ਜਿਹੜੇ ਬਹੁਤ ਮੋਟੇ ਆ ਜਿਨ੍ਹਾਂ ਦਾ ਬੋਡੀ ਮਾਸ ਇੰਡੈਕਸ 25-30 ਤੋਂ ਜ਼ਿਆਦਾ ਔਰ ਬਲੱਡ ਪ੍ਰੈਸ਼ਰ, ਡਾਇਬਟੀਜ਼। ਔਰ ਦੇਖੋ ਅਮਰੀਕਾ 'ਚ 30% ਜਿਹੜਾ ਆਵਾਮ ਆ ਉੱਦਾਂ ਹੀ ਉਹਨਾਂ ਦਾ BMI ਜਿਹੜਾ ਹੈਗਾ ਬੋਡੀ ਮਾਸ ਇੰਡੈਕਸ ਜ਼ਿਆਦਾ ਮੋਟਿਆਂ 'ਚ, ਕਿਉਂਕਿ ਉਹ ਅਗਰ ਤੁਸੀਂ ਮੈਕਡੋਨਲਡ ਜਾਂ ਹੋਰ ਚਲੇ ਜਾਓ ਉਹ ਸੁਪਰ ਸਾਈਜ਼ ਤੇ ਜ਼ਿਆਦਾ ਬਿਲੀਵ ਕਰਦੇ ਆ, ਫਰਾਈਆਂ ਵੀ ਜ਼ਿਆਦਾ, 버ਗਰ ਵੀ ਵੱਡੇ, ਜਿਹੜਾ ਕੋਕ ਹੈ 7 ਆਫ ਦਾ ਡਰਿੰਕ ਉਹ ਵੀ ਵੱਡਾ, ਮਤਲਬ ਕਾਰਬੋਹਾਈਡਰੇਟ ਬਹੁਤ ਇਸਤੇਮਾਲ ਕੀਤਾ ਜਾਂਦਾ। ਔਰ ਮੇਰੀ ਬੇਟੀ ਨਿਊਯਾਰਕ 'ਚ ਜਦੋਂ ਫਰੰਟ ਲਾਈਨ 'ਚ ਹੁਣ ਉੱਥੇ ਥੋੜੇ ਕੇਸ ਕੱਢੇ, ਲੇਕਿਨ ਉਹ ਵੀ ਦੱਸ ਰਹੀ ਸੀ ਵੀ ਜਿਹੜਾ ਵੀ ਵਿਅਕਤੀ ਭਾਵੇਂ ਉਹ 40 ਸਾਲ ਦਾ ਹੈ ਨਾ, ਉਹਨੂੰ ਬਲੱਡ ਪ੍ਰੈਸ਼ਰ ਨਹੀਂ ਹੈ, ਡਾਇਬਟੀਜ਼, ਲੇਕਿਨ ਅਗਰ ਉਹ ਮੋਟਾ ਉਹਦਾ ਅਸਰ ਬਹੁਤ ਜ਼ਿਆਦਾ ਸੀ। ਸੋ ਜਿਹੜੇ ਨਾ ACE2 ਰਿਸੈਪਟਰ ਜਿਹਨੇ ਲੌਕ ਹੁੰਦਾ, ਜਿੰਨੀ ਚਰਬੀ ਜ਼ਿਆਦਾ ਸਰੀਰ 'ਚ ਉਹਨੇ ਜ਼ਿਆਦਾ ACE2 ਰਿਸੈਪਟਰ ਹੈਗੇ ਜਿਹਦੇ ਨਾਲ ਇਹ ਲੌਕ ਇਨ ਹੋ ਕੇ ਬੋਡੀ 'ਚ ਜਾਂਦਾ। ਔਰ ਬੱਚਿਆਂ 'ਚ ਦੇਖੋ ਜਿਹੜੇ ਯੰਗ ਹੁੰਦੇ ਆ ਉਹਨਾਂ 'ਚ ਮੋਟਾਪਾ ਬਹੁਤ ਘੱਟ ਹੁੰਦਾ, ਇਸ ਲਈ ਉਹਨਾਂ 'ਚ ਇਨਫੈਕਸ਼ਨ ਇਹ ਵੀ ਘੱਟ ਹੈ ਕਿਉਂਕਿ ACE2 ਰਿਸੈਪਟਰਸ ਘੱਟ ਹੁੰਦੇ ਆ। ਸੋ ਇਸ ਲਈ ਅਮਰੀਕਾ ਦੇ ਵਿੱਚ ਅਜੇ ਮੈਨੂੰ ਲੱਗਦਾ ਵੀ ਮਹੀਨੇ ਤੋਂ ਜ਼ਿਆਦਾ ਉੱਥੇ ਹੋਰ ਸੰਤਾਪ ਰਹੂਗਾ। ਇਸ ਲਈ ਜਿਹੜੇ ਬਾਰਡਰ ਮੈਨੂੰ ਲੱਗਦਾ ਭਾਵੇਂ ਜੂਨ 21 ਤੱਕ ਹੈਗੇ ਆ, ਮੈਨੂੰ ਲੱਗਦਾ ਉਹ ਰਿਵਾਈਜ਼ ਕਰਕੇ ਗਾਂ ਲਿੱਤੇ ਜਾਣਗੇ ਕਿਉਂਕਿ ਉੱਥੇ ਕੰਟਰੋਲ ਅਜੇ ਨਹੀਂ ਆ ਰਿਹਾ। ਔਰ ਅੱਜ ਹੀ WHO ਨੇ ਸਟੇਟਮੈਂਟ ਦਿੱਤੀ ਆ, ਟੈਡਰੋਸ ਸਾਹਿਬ ਨੇ, ਉਹਨਾਂ ਦੇ ਜਿਹੜੇ ਹੈਗੇ ਆ ਸਪੋਕਸਪਰਸਨ ਡਾਕਟਰ ਟੈਡਰੋਸ, ਉਹ ਕਹਿੰਦੇ ਆ ਵੀ ਅਗਰ ਪਾਕਿਸਤਾਨ ਦੇ ਵਿੱਚ ਕੰਟਰੋਲ ਨਹੀਂ ਹੋਇਆ ਤਾਂ 2 ਲੱਖ ਤੋਂ ਜ਼ਿਆਦਾ ਕੇਸਿਸ ਜੂਨ ਜੁਲਾਈ ਦੇ ਵਿੱਚ ਉੱਥੇ ਪਾਏ ਜਾਣਗੇ। ਇੰਡੀਆ ਦੀ ਉਹਨਾਂ ਨੇ ਅਜੇ ਕੋਈ ਸਟੇਟਮੈਂਟ ਦਿੱਤੀ, ਹੁਣੇ ਪਾਕਿਸਤਾਨ ਦੀ ਸਟੇਟਮੈਂਟ ਮੈਂ ਪੜ੍ਹ ਰਿਹਾ ਸੀ। ਸੋ ਅਗੇਨ ਕੰਟਰੋਲ ਜਿੱਥੇ ਨਹੀਂ ਹੈਗਾ ਉੱਥੇ ਵਾਇਰਸ ਸਪਰੈਡ ਹੋਊਗਾ। ਵਾਇਰਸ ਦੌੜ ਨਹੀਂ ਗਿਆ, ਵਾਇਰਸ ਕਮਿਊਨਿਟੀ 'ਚ ਹੈਗਾ, ਲੇਕਿਨ ਅਗਰ ਆਪਾਂ ਸਭ्य ਰਹੀਏ, ਫਿਜ਼ੀਕਲ ਡਿਸਟੈਂਸ 6 ਤੋਂ 8 ਫੁੱਟ ਦਾ ਰੱਖੀਏ, ਹੱਥ ਧੋਈਏ, ਮਾਸਕ ਲਾਈਏ, ਤਾਂ ਇਹ ਚੇਨ ਨੂੰ ਅਸੀਂ ਬ੍ਰੇਕ ਕਰ ਸਕਦੇ ਹਾਂ। ਡਾਕਟਰ ਸਾਹਿਬ, ਬਹੁਤ ਸਾਰੇ ਲੋਕ ਇਦਾਂ ਦੀ ਗੱਲ ਵੀ ਕਰ ਰਹੇ ਆ ਕਿ ਇੰਡੀਆ ਪਾਕਿਸਤਾਨ ਵਰਗੇ ਦੇਸ਼ ਜਿੱਥੇ ਕਿ ਵੈਸੇ ਹੀ ਪੋਲਿਊਸ਼ਨ ਹੁੰਦਾ ਜਾਂ ਉਹਨਾਂ ਦਾ ਲੋਕਾਂ ਦਾ ਜ਼ਿਆਦਾ ਜਿਹੜੇ ਮਾਈਕਰੋ ਆਰਗੈਨਿਜ਼ਮਸ ਨੇ ਇਹਨਾਂ ਦੇ ਨਾਲ ਜ਼ਿਆਦਾ ਵਾਹ ਪੈਂਦਾ ਰਹਿੰਦਾ, ਅਲਰਜੀ ਦੇ ਨਾਲ ਵੀ ਉਹਨਾਂ ਦੇ ਵਿੱਚ ਇਮਿਊਨਿਟੀ ਜ਼ਿਆਦਾ ਹੁੰਦੀ ਆ। ਜਿਹੜੇ ਕਿ ਇੱਥੇ ਕੈਨੇਡਾ, ਅਮਰੀਕਾ ਦੇ ਵਿੱਚ ਲੋਕ ਰਹਿੰਦੇ ਆ ਜਿਹੜੇ ਕਦੇ ਇਦਾਂ ਦੀਆਂ ਪੋਲਿਊਸ਼ਨ ਜਾਂ ਇਦਾਂ ਦੀਆਂ ਮਾੜੀਆਂ ਚੀਜ਼ਾਂ ਦੇ ਲਈ ਐਕਸਪੋਜ਼ ਹੀ ਨਹੀਂ ਹੋਏ, ਇਸ ਕਰਕੇ ਉਹਨਾਂ ਦੀ ਇਮਿਊਨਿਟੀ ਸਟਰੋਂਗ ਆ, ਉੱਥੇ ਵਾਇਰਸ ਤਾਂ ਘੱਟ ਅਸਰ ਕਰ ਰਿਹਾ। ਇਦਾਂ ਹੁੰਦਾ ਕਿ ਤੁਸੀਂ ਜਿੰਨੇ ਮਾੜੇ ਮਾਹੌਲ ਦੇ ਵਿੱਚ ਰਹੋ ਤੁਹਾਡੀ ਇਮਿਊਨਿਟੀ ਉਨੀ ਸਟਰੋਂਗ ਹੁੰਦੀ ਹੈ? ਇਹਦੇ ਤੇ ਬਹੁਤ ਸਾਰੀ ਰਿਸਰਚ ਹੈਗੀ ਆ। ਜਿੰਨਾ ਤੁਹਾਡਾ ਵਾਇਰਸ, ਬੈਕਟੀਰੀਆ, ਈਵਨ ਗੰਦਗੀ ਦੇ ਨਾਲ ਵਾਹ ਪਏਗਾ, ਓਨਾ ਹੀ ਜ਼ਿਆਦਾ ਤੁਹਾਡਾ ਇਮਿਊਨ ਸਿਸਟਮ ਤੈਨਾਤ ਰਹੂਗਾ। ਜਿੱਦਾਂ ਸਮਝੋ ਤੁਹਾਡੇ ਕੋਲ ਹੁਣ ਕੈਨੇਡਾ ਦੀ ਆਰਮੀ ਹੈਗੀ ਆ, ਲੇਕਿਨ ਬਹੁਤ ਛੋਟੀ ਆ ਔਰ ਕਦੀ ਵੀ ਉਹ ਕੰਬੈਟ ਮਿਸ਼ਨ 'ਚ ਨਹੀਂ ਗਈ। ਅਗਰ ਤੁਹਾਡੀ ਆਰਮੀ ਟ੍ਰੇਨਡ, ਅਸੀਂ ਮੋਸਟਲੀ ਜਿਹੜੇ ਹੈਗੇ ਪੀਸ ਕੀਪਿੰਗ ਮਿਸ਼ਨਸ 'ਚ ਜਾਂਦੇ ਆ ਔਰ ਸਾਡੀ ਇਹ ਵਡਿਆਈ ਵੀ ਹੈਗੀ ਵੀ ਸਾਨੂੰ ਨਮਸਕਾਰ ਸਾਰੀ ਦੁਨੀਆ ਕਰਦੀ ਆ ਕਿ ਅਸੀਂ ਸਾਰਿਆਂ ਨੂੰ ਸ਼ਾਂਤੀ ਵੰਡਦੇ ਆ ਔਰ ਉਹ 'ਚ ਬਿਲੀਵ ਕਰਦੇ ਆ। ਲੇਕਿਨ ਬਹੁਤ ਸਾਰੇ ਦੇਸ਼ ਆ ਜਿਨ੍ਹਾਂ ਦੀ ਆਰਮੀਆਂ ਬਹੁਤ ਵੱਡੀਆਂ, ਉਹ ਕੰਬੈਟ ਮਿਸ਼ਨ 'ਚ ਰਹਿੰਦੀਆਂ ਔਰ ਉਹਨਾਂ ਕੋਲ ਸੋਫਿਸਟੀਕੇਟਿਡ ਵੈਪਨ ਹੈ, ਉਹਨਾਂ ਨੂੰ ਜਾਂਚ ਹੈਗੀ ਕਿੱਦਾਂ ਲੜਾਈ ਕਰਨ ਦੀ। ਉੱਦਾਂ ਹੀ ਸਾਡਾ ਇਮਿਊਨ ਸਿਸਟਮ ਆ, ਅਗਰ ਉਹ ਨਹੀਂ ਲੜਦਾ, ਉਹਨੂੰ ਐਕਸਪੋਜ਼ਰ ਨਹੀਂ ਹੁੰਦਾ ਡੇ ਟੂ ਡੇ ਬੇਸਿਸ 'ਤੇ ਉਹ ਇੰਨਾ ਚੌਕੰਨ ਨਹੀਂ ਰਹਿੰਦਾ, ਉਹ ਡੋਰਮੈਂਟ ਹੋ ਜਾਂਦਾ, ਸਲੋ ਹੋ ਜਾਂਦਾ। ਜਿੱਦਾਂ ਸਮਝੋ ਕੋਈ ਚੀਜ਼ ਆਪਾਂ ਸਿੱਖੀ ਆ 20-25 ਸਾਲ ਪਹਿਲਾਂ, ਕੋਈ ਟੈਕਨੀਕਲ ਕੰਮ ਜਾਂ ਕੋਈ ਮਸ਼ੀਨੀ ਕੰਮ, ਅਗਰ 20-25 ਸਾਲ ਨਹੀਂ ਕੀਤਾ ਉਹ ਇਮੀਡੀਏਟਲੀ ਨਹੀਂ ਆਊਗਾ, ਫਿਰ ਦੁਬਾਰਾ ਸਿੱਖਣਾ ਪਊਗਾ। ਸੇਮ ਹੀ ਅਗਰ ਇਮਿਊਨ ਸਿਸਟਮ ਰੋਜ਼ ਐਕਸਪੋਜ਼ਡ ਹੈ, ਕੋਈ ਬੈਕਟੀਰੀਆ, ਕੋਈ ਵਾਇਰਸ, ਘੱਟਾ, ਮਿੱਟੀ, ਧੂੜ, ਪਰਾਗ, ਪੋਲਨ, ਡਸਟ, ਤੇ ਇਮਿਊਨ ਸਿਸਟਮ ਹਮੇਸ਼ਾ ਤੈਨਾਤ ਰਹਿੰਦਾ। ਜਿਹੜੇ ਇਹਦੇ ਟੀ ਸੈੱਲ ਹੁੰਦੇ ਆ ਨਾ, ਉਹ ਜਿਹੜੇ ਹੈਗੇ ਤੁਹਾਨੂੰ ਲੌਂਗ ਟਰਮ ਇਮਿਊਨਿਟੀ ਦਿੰਦੇ ਆ। ਦੂਜੀ ਜਿਹੜੀ ਵੱਡੀ ਗੱਲ ਹੈਗੀ ਆ, ਅੱਜ ਬਲਗੇਰੀਆ ਨੇ ਵੀ ਡਿਸੀਜਨ ਲਿੱਤਾ ਵੀ ਉਹ TB ਦਾ ਵੈਕਸੀਨੇਸ਼ਨ ਹੁਣ ਕੰਟਰੀ 'ਚ ਸ਼ੁਰੂ ਕਰ ਰਿਹਾ, ਕਿਉਂਕਿ ਜਿਹੜਾ TB ਦਾ ਵੈਕਸੀਨੇਸ਼ਨ ਹੈ BCG, ਜਿਹੜਾ ਮੇਰੇ ਮੁੰਡੇ 'ਚ ਵੀ ਲੱਗਾ, ਤੁਹਾਡੇ ਵੀ ਲੱਗਿਆ, ਕਿਉਂਕਿ ਤੁਸੀਂ ਇੰਡੀਆ ਦੇ ਜਨਮ ਦਾ ਹੈਗੇ, ਜਿਹੜਾ ਵੀ ਇੰਡੀਆ ਜਨਮ ਲੈਂਦਾ ਉਹਨੂੰ TB ਦਾ ਵੈਕਸੀਨੇਸ਼ਨ ਲਾਇਆ ਜਾਂਦਾ। ਉਹਦੇ ਨਾਲ ਟੀ ਸੈਲਸ ਬਹੁਤ ਬਣਦੇ ਆ ਔਰ ਇਹ ਲਾਈਵ ਐਟੀਨੂਏਟਿਡ ਵੈਕਸੀਨ ਹੈ। ਲਾਈਵ ਐਟੀਨੂਏਟਿਡ ਮੀਨਸ ਇਹ ਕਿਲਡ TB ਦਾ ਬੈਕਟੀਰੀਆ ਨਹੀਂ ਆ, ਉਹਦੀ ਵਿਰੂਲੈਂਸ ਬਹੁਤ ਘਟਾ ਦਿੱਤੀ ਗਈ ਆ।
ਜਿਹੜੇ ਲਾਈਵ ਐਟੀਨੇਟਡ ਬੈਕਟੀਰੀਆ ਜਾਂ ਵਾਇਰਸ ਤੋਂ ਵੈਕਸੀਨ ਬਣਦੇ ਆ, ਉਹ ਚਲੋ ਉਹ ਬਿਮਾਰੀ ਨੂੰ ਤੇ ਪ੍ਰੋਟੈਕਟ ਕਰਦੇ ਆ, ਹੋਰ ਬਹੁਤ ਸਾਰੀਆਂ ਬਿਮਾਰੀਆਂ ਨੂੰ ਵੀ ਪ੍ਰੋਟੈਕਟ ਕਰਦੇ ਆ, ਬੜੇ ਸਾਰੇ ਇਮਿਊਨ ਸਿਸਟਮ ਦੇ ਜਿਹੜੇ ਐਂਟੀਬਾਡੀਜ਼ ਹੈ ਉਹਨਾਂ ਨੂੰ ਡਿਵੈਲਪ ਕਰਦੇ ਆ, ਟੀ ਸੈਲਸ ਨੂੰ ਡਿਵੈਲਪ ਕਰਦੇ ਆ, CD4 CD8 ਹੈਲਪਰ ਸੈਲਸ ਨੂੰ ਡਿਵੈਲਪ ਕਰਦੇ ਆ। ਸੋ ਇਹ ਵੀ ਇੱਕ ਕਾਰਨ ਹੋ ਸਕਦਾ ਹੈ, ਕਿਉਂਕਿ ਕੰਪਲਸਰੀ ਆ ਜਿਹੜਾ ਵੀ ਇਨਸਾਨ ਅਫਰੀਕਾ, ਇੰਡੀਆ ਜਾਂ ਵਿਕਸਿਤ ਮੁਲਕਾਂ ਦੇ ਵਿੱਚ ਡਿਵੈਲਪਿੰਗ ਕੰਟਰੀਜ਼ 'ਚ ਬੋਰਨ ਹੋਇਆ, ਉਹਨਾਂ ਨੂੰ ਟੀਬੀ ਦਾ ਇੰਜੈਕਸ਼ਨ ਲਾਇਆ ਜਾਂਦਾ। ਅਗਰ ਤੁਸੀਂ ਦੇਖੋ ਅਮਰੀਕਾ, ਕੈਨੇਡਾ, ਯੂਰਪ 'ਚ ਟੀਬੀ ਦਾ ਇੰਜੈਕਸ਼ਨ ਨਹੀਂ ਲਾਇਆ ਜਾਂਦਾ ਕਿਉਂਕਿ ਇੱਥੇ ਟੀਬੀ ਨਹੀਂ ਹੁੰਦੀ। ਉਹ ਵੀ ਇੱਕ ਫੈਕਟਰ ਆ ਸ਼ਾਇਦ, ਕਿਉਂਕਿ ਇਹਦੇ ਉੱਤੇ ਪ੍ਰੀਲਿਮਿਨਰੀ ਸਟੱਡੀਜ਼ ਆ ਰਹੀਆਂ ਨੈਦਰਲੈਂਡ ਤੋਂ। ਲੇਕਿਨ ਅੱਜ ਬਲਗੇਰੀਆ ਨੇ ਡਿਸੀਜਨ ਲੈ ਲਿੱਤਾ ਵੀ ਅਸੀਂ ਟੀਬੀ ਦਾ ਟੀਕਾ ਹੁਣ ਲਾਉਣਾ ਸ਼ੁਰੂ ਕਰ ਦੇਵਾਂਗੇ, ਵੀ ਉਹਦਾ ਫਾਇਦਾ ਹੈ, ਨੁਕਸਾਨ ਨਹੀਂ ਆ। ਸੋ ਕੁਝ ਇੱਕ ਫੈਕਟਰਸ ਜਿਹੜੇ ਹੈਗੇ ਆ ਇਹ ਸਾਹਮਣੇ ਆ ਰਹੇ ਆ ਵੀ ਉਸ ਕੰਟਰੀਜ਼ ਦੇ ਵਿੱਚ ਅਗਰ ਕਾਊਂਟ ਵਧਿਆ ਵੀ ਆ, ਉਹਨਾਂ ਦੀ ਮੌਤਾਂ ਘੱਟ ਆ, ਮੇਬੀ ਉਹਨਾਂ ਦਾ ਇਮਿਊਨ ਸਿਸਟਮ ਜ਼ਿਆਦਾ, ਜਾਂ ਉੱਥੇ ਜਿਹੜਾ ਵਾਇਰਸ ਹੈਗਾ ਉਹ ਲੋ ਵਿਰੂਲੈਂਸ ਵਾਲਾ। ਡਾਕਟਰ ਸਾਹਿਬ, ਜਿਹੜੇ ਸਾਰੇ ਸਾਇੰਟਿਸਟ ਜਾਂ ਡਾਕਟਰ ਦੁਨੀਆ ਦੇ ਖੋਜ ਕਰਦੇ ਆ, ਕੀ ਇਹਨਾਂ ਦੇ ਉੱਤੇ ਕੋਈ ਬਾਡੀ ਹੁੰਦੀ ਹੈ ਜਿਹੜੀ ਇਹਨਾਂ ਸਾਰਿਆਂ ਨੂੰ ਗਾਈਡ ਕਰਦੀ ਹੈ ਜਾਂ ਇਹਨਾਂ ਸਾਰਿਆਂ ਨੂੰ ਕਿਸੇ ਤਰ੍ਹਾਂ ਡਾਇਰੈਕਸ਼ਨ ਦਿੰਦੀ ਹੈ? ਮੰਨ ਲਓ ਅੱਜ ਕਿਹਾ ਜਾ ਰਿਹਾ ਕਿ ਕਿਉਂਕਿ ਟੀਵੀ ਦਾ ਜਿਹੜਾ ਵੈਕਸੀਨ ਸੀਗੀ ਉਹਦੇ ਕਰਕੇ ਵੀ ਬਚਾਅ ਹੋ ਸਕਦਾ, ਹਾਈਡਰੋਕਸੀ ਕਲੋਰੋਕੁਈਨ ਵਾਂਗੂ ਹੋ ਸਕਦਾ ਕੱਲ੍ਹ ਨੂੰ ਇਹ ਨਿਊਜ਼ ਆ ਜਾਵੇ ਕਿ ਨਹੀਂ ਜੀ ਇਹ ਬਿਲਕੁਲ ਨਹੀਂ ਹੈ, ਇਹਦਾ ਕੋਈ ਫਾਇਦਾ, ਇਹਨੂੰ ਬੰਦ ਕਰ ਦਿਓ, ਇਹਦਾ ਉਲਟਾ ਨੁਕਸਾਨ ਹੋ ਸਕਦਾ। ਜਾਂ ਅੱਜ ਕਿਹਾ ਜਾ ਰਿਹਾ, ਸਾਨੂੰ ਕਿਹਾ ਗਿਆ ਸੀ ਕਿ 2 ਮੀਟਰ ਜਿਹੜਾ ਫਾਸਲਾ ਰੱਖੋ, ਤੁਸੀਂ ਇਹਦੇ ਤੋਂ ਬਹੁਤ ਹੱਦ ਤੱਕ ਬਚ ਜਾਓਗੇ। ਹੁਣ ਕਹਿੰਦੇ ਸਿਗਰਟ ਦੇ ਧੂਏ ਵਾਂਗੂ ਇਹ ਕਿਤੇ ਵੀ ਪਹੁੰਚ ਸਕਦਾ। ਇਹਦਾ ਮਤਲਬ ਇਹ ਜਿਹੜੀਆਂ ਸਟੇਟਮੈਂਟਸ ਹੁੰਦੀਆਂ ਇਹ ਕੋਈ ਆਪਣੇ ਪੱਧਰ ਤੇ ਦੇ ਸਕਦਾ ਹੁੰਦਾ ਜਿਹੜੇ ਇਹ ਡਾਕਟਰਸ ਵੱਖ-ਵੱਖ ਸਾਇੰਟਿਸਟ ਦਿੰਦੇ ਨੇ, ਜਾਂ ਕੋਈ ਬੋਡੀ ਰੈਗੂਲੇਟ ਕਰਦੀ ਹੈ ਇਹਨਾਂ ਨੂੰ ਕਿ ਕਿਹੜੀ ਸਟੇਟਮੈਂਟ ਦੇਣੀ ਹੈ ਤੇ ਉਹਨਾਂ ਕੰਟਰੀਜ਼ ਨੇ ਉਹਦੇ ਪਿੱਛੇ ਲੱਗਣਾ ਹੁੰਦਾ ਜੀ? ਦੇਖੋ, ਜਿਹੜੀ ਲੀਡਿੰਗ ਬੋਡੀ ਜਿਹੜੀ ਅੱਜ ਦੇ ਟਾਈਮ ਤੇ ਹੈਗੀ ਉਹ ਹੈਗੀ ਵਰਲਡ ਹੈਲਥ ਆਰਗੇਨਾਈਜੇਸ਼ਨ। ਔਰ ਜੋ ਵਰਲਡ ਹੈਲਥ ਆਰਗੇਨਾਈਜੇਸ਼ਨ ਜਿਹੜੀ ਸਾਨੂੰ ਦਿੰਦੀ ਆ ਗਾਈਡਲਾਈਨਸ, ਅਸੀਂ ਉਹਨੂੰ ਫੋਲੋ ਕਰਦੇ ਆ। ਔਰ ਉਹਦੇ ਵਿੱਚ ਘੱਟ ਤੋਂ ਘੱਟ 2000 ਬਹੁਤ ਵੱਡੇ ਸਾਇੰਟਿਸਟ ਆ, ਔਰ ਹਰ ਕੰਟਰੀ ਦੇ ਵਿੱਚ ਜਿਹੜੀ ਉੱਥੇ ਪਾਰਟਿਸਿਪੇਟ ਕਰਦੀ ਹੈ। ਦੇਖੋ, ਕੁਝ ਕੰਟਰੀਆਂ ਨਹੀਂ ਪਾਰਟਿਸਿਪੇਟ ਕਰਦੀਆਂ, ਇੰਡੀਆ ਪਾਰਟਿਸਿਪੇਟ ਨਹੀਂ ਕਰਦੀ। ਉਹ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ, ਜਿਹਨੂੰ ICMR ਕਹਿੰਦੇ ਆ, ਉਹਨੂੰ ਫੋਲੋ ਕਰਦੀ ਆ। ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਔਰ ਯੂਰਪ ਉਹਨੂੰ ਫੋਲੋ ਕਰਦਾ। ਤਾਇਵਾਨ ਨਹੀਂ ਫੋਲੋ ਕਰਦਾ, ਸਿੰਗਾਪੁਰ ਨਹੀਂ ਫੋਲੋ ਕਰਦਾ, ਕਈ ਕੰਟਰੀਆਂ ਨਹੀਂ ਫੋਲੋ ਕਰਦੀਆਂ। ਲੇਕਿਨ ਸਭ ਤੋਂ ਵੱਡੀ ਜਿਹੜੀ ਬੋਡੀ ਉਹੀ ਆ। ਹਾਂ, ਹੁਣ ਜਿਹੜਾ ਰਿਸਰਚਰ ਆ ਉਹਦੀ ਇੰਡੀਵਿਜੂਅਲ ਕੈਪੈਸਿਟੀ ਹੁੰਦੀ ਆ ਉਹਦੇ ਲੈਬ 'ਚ, ਉਹ ਕੀ ਰਿਸਰਚ ਕਰ ਰਿਹਾ, ਤੇ ਉਹਦੀ ਜਿਹੜੀ ਲੋਕਲ ਗਵਰਨਮੈਂਟ ਹੈਗੀ ਆ ਉਹ ਉਹਨੂੰ ਫੰਡਿੰਗ ਦਿੰਦੀ ਆ, ਕਿਉਂਕਿ ਰਿਸਰਚ 'ਚ ਪੈਸੇ ਬਹੁਤ ਖਰਚ ਹੁੰਦੇ ਆ। ਜਿੱਦਾਂ ਮਾਨਯੋਗ ਸਾਡੇ ਪ੍ਰਧਾਨ ਮੰਤਰੀ ਨੇ ਮਿਲੀਅਨਸ ਆਫ ਡਾਲਰ, ਕਲੋਜ਼ ਟੂ $1 ਬਿਲੀਅਨ ਹੁਣ ਹੋ ਗਿਆ, ਜਿਹੜਾ ਸਾਡਾ ਹੈਲਥ ਕੇਅਰ, ਵੈਕਸੀਨ ਡਿਵੈਲਪਮੈਂਟ, ਨਵੀਂ ਟ੍ਰੀਟਮੈਂਟ, ਨਵੀਂ ਕਾਰਡ ਜਿਹੜੀ ਕੋਵਿਡ ਹੈ ਉਹ ਤੇ ਇਨਵੈਸਟ ਕੀਤਾ, ਵੱਖ-ਵੱਖ ਸੂਬਿਆਂ 'ਚ, ਵੱਖ-ਵੱਖ ਪ੍ਰੋਵਿੰਸ 'ਚ। ਔਰ ਇਹਦੇ ਨਾਲ ਹੀ ਰਿਸਰਚ ਐਂਡ ਡਿਵੈਲਪਮੈਂਟ ਹੁੰਦੀ ਆ। ਜਿਹੜੀ ਸਾਡੀ ਕੈਨੇਡੀਅਨ ਬੋਡੀਜ਼ ਹੈਗੀਆਂ, ਸੈਂਟਰ ਫॉर ਡਿਜ਼ੀਜ਼ ਕੰਟਰੋਲ, ਵੈਕਸੀਨ ਸੈਂਟਰਸ ਜਿਹੜੇ ਹੈਗੇ ਆ, ਜ਼ਿਆਦਾ ਬੇਸ ਉਹਨਾਂ ਦਾ ਹੈਲੀਫੈਕਸ ਹੈਗਾ, ਨੈਸ਼ਨਲ ਰਿਸਰਚ ਨੈਟਵਰਕ, ਇਹ ਕੰਮ ਕਰਦੀਆਂ। ਔਰ ਇਹ ਦੂਜੇ ਜਿਹੜੇ ਸਾਇੰਟਿਸਟ ਹੈ ਵਰਲਡ ਵਾਲੇ, ਉਹਨਾਂ ਦੇ ਨਾਲ ਵੀ ਕੋਲੈਬੋਰੇਸ਼ਨ ਕਰਦੀਆਂ ਰਹਿੰਦੀਆਂ। ਲੇਕਿਨ ਇਦਾਂ ਕੁਝ ਨਹੀਂ ਹੁੰਦਾ ਵੀ ਪੂਰੇ ਸੰਸਾਰ 'ਚ ਹਰ ਇੱਕ ਬੰਦਾ ਇੱਕੋ ਰੂਲ ਦੇ ਅਧੀਨ ਚੱਲੂਗਾ, ਕਿਉਂਕਿ ਰਿਸਰਚ ਜਿਹੜਾ ਹੈਗਾ ਉਹ ਕਈ ਵਾਰ ਜਾਪਾਨ 'ਚ ਹੋ ਰਿਹਾ ਹੁੰਦਾ, ਕਈ ਵਾਰ ਅਮਰੀਕਾ 'ਚ ਹੋ ਰਿਹਾ ਹੁੰਦਾ। ਤੁਸੀਂ ਦੇਖਿਆ ਹੋਣਾ ਜਦੋਂ ਉਹਨਾਂ ਨੂੰ ਨੋਬਲ ਪ੍ਰਾਈਜ਼ ਮਿਲਦਾ, ਦੋਵੇਂ ਉਹ ਕੰਮ ਕਰ ਰਹੇ ਹੁੰਦੇ ਆ, ਇੱਕ ਕੰਟਰੀ 'ਚ ਹੁੰਦਾ, ਦੂਜਾ ਦੂਜੀ ਕੰਟਰੀ 'ਚ ਹੁੰਦਾ। ਸੋ ਰਿਸਰਚ ਚੱਲਦਾ ਰਹਿਣਾ ਚਾਹੀਦਾ, ਉਸ ਤੋਂ ਸਾਨੂੰ ਖੋਜ ਜ਼ਿਆਦਾ ਮਿਲੇਗੀ। ਹੁਣ ਕੋਵਿਡ-19 ਦਾ ਪੰਗਾ ਇਹ ਆ ਵੀ ਸਾਡਾ ਵਾਹ ਪਿਛਲੇ 5 ਮਹੀਨੇ ਤੋਂ ਪਿਆ, ਇਸ ਤੋਂ ਪਹਿਲਾਂ ਇਹਦੀ ਜਾਣਕਾਰੀ ਨਹੀਂ ਸੀ। ਔਰ ਜਿਉਂ-ਜਿਉਂ ਜਾਣਕਾਰੀ ਜ਼ਿਆਦਾ ਆ ਰਹੀ ਹੈ ਤਿਉਂ-ਤਿਉਂ ਪਤਾ ਲੱਗ ਰਿਹਾ। ਹੁਣ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹੁੰਦਾ, ਸਾਡੇ ਹੀ ਵਿਨੀਪੈਗ ਦੇ ਵਿੱਚ ਸਟੱਡੀ ਹੋਈ ਆ, ਪ੍ਰੀਲਿਮਿਨਰੀ ਸਟੱਡੀ ਆ ਜੀ, ਵੀ ਬੰਦੇ ਨੂੰ ਜਦੋਂ ਇਨਫੈਕਸ਼ਨ ਕੋਵਿਡ ਦਾ ਹੋ ਜਾਂਦਾ, ਉਹ 8 ਦਿਨ ਦੇ ਬਾਅਦ ਉਹਦੇ ਵਿੱਚ ਸ਼ਮਤਾ ਨਹੀਂ ਰਹਿੰਦੀ ਵੀ ਦੂਜੇ ਨੂੰ ਪਾਸ ਕਰ ਦੂਗਾ। ਹੁਣ ਸਿੰਗਾਪੁਰ ਤੋਂ ਸਟੱਡੀ ਆਈ ਸੀ 11 ਦਿਨ ਦੀ, ਵਿਨੀਪੈਗ ਕਹਿ ਰਿਹਾ 8 ਦਿਨ ਦੀ। ਅਜੇ ਇਹਨੂੰ WHO ਲਊਗਾ, ਰਿਵਿਊ ਕਰੂਗਾ। ਇਹ ਇਸ ਲਈ ਇੰਪੋਰਟੈਂਟ ਹੈ ਵੀ ਪਹਿਲਾਂ ਆਪਾਂ 14 ਦਿਨ ਜਿਹੜੇ ਆਈਸੋਲੇਸ਼ਨ ਦੇ ਕਹਿੰਦੇ ਸੀ, ਸ਼ਾਇਦ ਅਸੀਂ ਉਹਨੂੰ ਰਿਵਾਈਜ਼ ਕਰਨਾ ਪਏ, ਲੇਕਿਨ ਫਿਲਹਾਲ ਤੇ 14 ਦਿਨ ਦਾ ਹੀ ਆ ਜਿਹੜਾ WHO ਦਾ ਸਟੈਂਡਰਡ ਡੈਫੀਨੇਸ਼ਨ ਆ। ਹੁਣ ਇਹਦੇ ਵਿੱਚ ਜਿਹੜੀ ਵਿਨੀਪੈਗ ਦੀ ਸਟੱਡੀ ਆ ਉਹ ਦੱਸਦੀ ਆ ਵੀ ਹੋ ਸਕਦਾ ਪਹਿਲੇ ਮੁੱਢਲੇ 2-3 ਦਿਨ 'ਚ ਉਹਨੂੰ ਸਿੰਪਟਮਸ ਨਾ ਹੋਣ, ਲੇਕਿਨ ਜਿਸ ਦਿਨ ਤੋਂ ਸਿੰਪਟਮ ਸ਼ੁਰੂ ਹੋਇਆ 8ਵੇਂ ਦਿਨ ਤੋਂ ਬਾਅਦ ਉਹ ਕੈਪੈਸਿਟੀ ਨਹੀਂ ਆ, ਭਾਵੇਂ ਉਹ 'ਚ ਵਾਇਰਸ ਹੈਗਾ, ਵੀ ਅਗਲੇ ਨੂੰ ਜਾ ਕੇ ਇਨਫੈਕਸ਼ਨ ਦੇ ਕੇ ਉਹਨੂੰ ਬਿਮਾਰ ਕਰ ਸਕੇਗਾ। ਸੋ ਇਹ ਸਾਰੀਆਂ ਗੱਲਾਂ ਕਿਉਂ ਆ ਰਹੀਆਂ? ਕਿਉਂਕਿ ਆਪਾਂ ਰਿਸਰਚ ਕਰ ਰਹੇ ਹਾਂ। ਹਰ ਕੰਟਰੀ ਰਿਸਰਚ ਕਰਦਾ, ਉਹ ਆਪਣੇ ਜਿਹੜੇ ਹੈਗੇ ਪੇਪਰ ਸਾਹਮਣੇ ਲੈ ਕੇ ਆਉਂਦਾ, ਉਹਦੇ ਉੱਤੇ ਜਿਹੜੇ ਦਿਮਾਗ ਬੁੱਧੀਜੀਵ ਆ ਆਪਣਾ ਪ੍ਰਤੀਕਰਮ ਦਿੰਦੇ ਆ। ਰਿਸਰਚ ਐਕਸੈਪਟ ਵੀ ਹੁੰਦਾ, ਰਿਜੈਕਟ ਵੀ ਹੁੰਦਾ। ਪੰਗਾ ਇਹ ਹੁੰਦਾ ਵੀ ਹੁਣ ਆ ਸਿਗਰਟ ਦੇ ਧੂਏ ਵਾਲੀ ਗੱਲ ਹੈਗੀ ਆ, ਇਹ ਸੋਸ਼ਲ ਮੀਡੀਆ ਜਾਂ ਨਿਊਜ਼ 'ਚ ਚਲੀ ਗਈ, ਰਾਈਟ?
ਇਹ ਪੀਅਰ ਰਿਵਿਊ ਨਹੀਂ ਹੁੰਦਾ ਇਹਦੇ ਉੱਤੇ। ਇੱਕ ਬੰਦੇ ਨੇ ਜਿਹੜਾ ਹੈਗਾ ਕੀਤਾ ਉਹਦਾ ਨਾਮ ਗਲੋਰੀਫਾਈ ਹੋ ਜਾਂਦਾ। ਲੇਕਿਨ ਮੈਂ ਜਿੱਦਾਂ ਪਹਿਲਾਂ ਵੀ ਕਿਹਾ ਸੀ ਵੀ ਇਹ ਖਸਰੇ ਵਾਂਗਰ ਟੀਬੀ ਵਾਂਗਰ ਨਹੀਂ ਫੈਲਦਾ, ਜਿਹੜਾ ਧੂਏ ਵਾਂਗਰ ਮਤਲਬ ਬਹੁਤ ਗਾਂ ਤੱਕ ਵਾਇਰਸ ਜਾਂ ਬੈਕਟੀਰੀਆ ਜਾਂਦਾ। ਇਹ ਮੋਟਾ ਵਾਇਰਸ ਹੈਗਾ, ਇਹ ਡਿੱਗਣਾ ਸ਼ੁਰੂ ਹੋ ਜਾਂਦਾ ਕਰੀਬਨ 2 ਘੰਟੇ ਬਾਅਦ ਹਵਾ ਤੋਂ ਥੱਲੇ ਡਿੱਗਣਾ ਸ਼ੁਰੂ ਹੋ ਜਾਂਦਾ। ਸੋ ਇਸ ਲਈ ਅਜੇ ਵੀ ਜਿਹੜਾ WHO ਕਹਿ ਰਿਹਾ ਉਹ 6 ਫੁੱਟ ਹੈ, ਲੇਕਿਨ ਅਗਰ ਸਾਨੂੰ ਵਰੀ ਹੈਗੀ ਤੇ ਆਪਾਂ 8 ਫੁੱਟ 9 ਫੁੱਟ ਦੀ ਦੂਰੀ ਰੱਖ ਲਈਏ। ਆਪਾਂ ਇਹ ਜ਼ਰੂਰੀ ਥੋੜੀ ਵੀ 6 ਫੁੱਟ 'ਚ ਮਿਣ ਕੇ ਉਹਨੇ ਸਟੈਪ ਲੈ ਕੇ ਕਰਨਾ, ਉਹ ਤਾਂ ਮਿਨੀਮਮ ਹੈਗਾ, ਮਿਨੀਮਮ। ਸੋ ਮੈਕਸਿਮਮ ਤਾਂ ਤੁਹਾਡੇ ਹੱਥ 'ਚ। ਡਾਕਟਰ ਸਾਹਿਬ ਆਖਰੀ ਸਵਾਲ, ਦੁਨੀਆ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ 2 ਹਿੱਸਿਆਂ 'ਚ ਕਹਿੰਦੇ ਵੰਡ ਲੈਂਦੇ ਆ। ਕੁਝ ਚੀਜ਼ਾਂ ਜਿਹੜੀਆਂ ਜਿਉਂਦੀਆਂ ਹੁੰਦੀਆਂ ਨੇ, ਕੁਝ ਚੀਜ਼ਾਂ ਜਿਹੜੀਆਂ ਜਿਉਂਦੀਆਂ ਨਹੀਂ ਹੁੰਦੀਆਂ, ਲਿਵਿੰਗ ਤੇ ਨੌਨ ਲਿਵਿੰਗ। ਅਸੀਂ ਪੰਛੀ ਪੌਦੇ ਲਿਵਿੰਗ ਨੇ, ਸਾਡੇ ਸਾਹਮਣੇ ਸੋਫਾ ਚੇਅਰ ਕੈਮਰਾ, ਇਹ ਸਾਰੀਆਂ ਚੀਜ਼ਾਂ ਨੌਨ ਲਿਵਿੰਗ ਨੇ। ਕੋਈ ਇਹ ਵੀ ਗੱਲ ਕਹਿ ਰਹੇ ਆ ਕਿ ਇਹਨਾਂ ਵਾਇਰਸ ਦਾ ਜਿਹੜਾ ਵੀ ਵਾਇਰਸ ਆ ਇਹਦਾ ਅਜੇ ਤੱਕ ਇਹ ਡਿਸਾਈਡ ਨਹੀਂ ਹੋਇਆ ਵੀ ਇਹ ਚੀਜ਼ ਜਿਉਂਦੀ ਆ ਕਿ ਇਹ ਚੀਜ਼ ਜਿਉਂਦੀ ਨਹੀਂ, ਨਿਰਜੀਵ ਚੀਜ਼ ਆ। ਬਹੁਤ ਸੋਹਣਾ ਕੁਐਸਚਨ ਜਸਕਰਨ ਜੀ ਤੁਹਾਡਾ, ਔਰ ਇਹਦੇ ਉੱਤੇ ਬੜੇ ਸਾਰੇ ਪੋਥੀਆਂ ਲਿਖੀਆਂ, ਵੱਡੇ ਵੱਡੇ ਗ੍ਰੰਥ ਲਿਖੇ ਗਏ ਆ। ਇੱਕ ਧੜਾ ਕਹਿੰਦਾ ਵੀ ਵਾਇਰਸ ਬਿਲਕੁਲ ਜੀਵਿਤ ਹੈ, ਇੱਕ ਧੜਾ ਕਹਿੰਦਾ ਮਰਿਆ। ਲੇਕਿਨ ਅਸੀਂ ਇਹਨੂੰ ਮੈਡੀਕਲ ਸਾਇੰਸ 'ਚ ਇਨਰਟ ਕਹਿੰਦੇ। ਇਨਰਟ ਮੀਨਸ ਨਾ ਹੀ ਜਿੰਦਾ ਨਾ ਹੀ ਮਰਿਆ, ਲੇਕਿਨ ਜਦੋਂ ਇਹਨੂੰ ਮੌਕਾ ਮਿਲਦਾ ਇਹਨੂੰ ਹੋਸਟ ਚਾਹੀਦਾ। ਹੋਸਟ ਕਿਹੜਾ ਹੈ? ਇਨਸਾਨ, ਜਾਨਵਰ, ਪੰਛੀ, ਮੱਛੀ ਜਾਂ ਇਵਨ ਬਨਸਪਤੀ। ਉਹਦੇ ਵਿੱਚ ਜਾ ਕੇ, ਉਹਦੇ ਸੈੱਲ ਦੇ ਵਿੱਚ ਜਾ ਕੇ ਇਹ ਮਲਟੀਪਲਾਈ ਕਰ ਸਕਦਾ। ਆਪਣੇ ਆਪ ਦੇ ਵਿੱਚ 1 ਤੋਂ 2 ਨਹੀਂ ਕਰ ਸਕਦਾ ਵਾਇਰਸ। ਜਿੱਦਾਂ ਹੁਣ ਸਮਝੋ ਇੱਕ ਬੰਦਾ ਔਰ ਜਨਾਨੀ, ਉਹਨਾਂ ਦਾ ਵਿਆਹ ਹੋ ਗਿਆ ਤੇ ਗਾਂ ਬੱਚੇ ਹੋ ਗਏ, ਰਾਈਟ ਜੀ। ਉਦਾਂ ਜਾਨਵਰਾਂ ਦਾ ਵੀ ਹੈਗੇ ਆ, ਉਦਾਂ ਬੈਕਟੀਰੀਆ ਵੀ ਆਪਣੇ ਆਪ ਨੂੰ ਮਲਟੀਪਲਾਈ ਕਰ ਸਕਦੇ। ਤੁਸੀਂ ਦੇਖੋ ਬੜੀ ਸਿੰਪਲ ਜੀ ਗੱਲ ਹੈ, ਤੁਸੀਂ ਦੁੱਧ ਗਰਮ ਕੀਤਾ, ਠੰਡਾ ਕੀਤਾ, ਉਹਨੂੰ ਜਾਗ ਲਾਈ, ਸਵੇਰੇ ਦਹੀਂ ਬਣਿਆ। ਉਹ ਜਿਹੜੇ ਲੈਕਟੋਬੈਸਿਲਸ ਹੈ ਉਹ ਰੈਪਿਡਲੀ ਮਲਟੀਪਲਾਈ ਹੋ ਕੇ ਦੁੱਧ ਨੂੰ ਦਹੀਂ ਬਣਾਤਾ ਉਹਨਾਂ ਨੇ। ਉਹ ਗੁੱਡ ਬੈਕਟੀਰੀਆ ਸੀ। ਸਾਡੀ ਆਂਤੜੀ 'ਚ 15 ਟ੍ਰਿਲੀਅਨ ਗੁੱਡ ਬੈਕਟੀਰੀਆ ਹੈਗੇ ਜਿਹੜੇ ਕੰਮ ਕਰ ਰਹੇ ਆ। ਲੇਕਿਨ ਵਾਇਰਸ ਆਪਣੇ ਆਪ ਰੈਪਲੀਕੇਟ ਜਾਂ ਡਿਵਾਈਡ ਨਹੀਂ ਹੋ ਸਕਦਾ, ਉਹਨੂੰ ਕਿਸੇ ਹੋਰ ਦਾ ਸੈੱਲ ਚਾਹੀਦਾ। ਇਹ ਜਿਹੜਾ ਕੋਵਿਡ ਵਾਇਰਸ ਆ, ਇਹ ਸਾਡੇ ਸੈੱਲ ਦੇ ਵਿੱਚ ਜਿਹੜਾ ACE2 ਰਿਸੈਪਟਰ ਹੈ, ACE2 ਰਿਸੈਪਟਰ, ਉਹ ਸਪਾਈਕ ਪ੍ਰੋਟੀਨ ਦੇ ਨਾਲ ਆਪਣਾ ਜਿਹੜਾ RNA ਇੰਜੈਕਟ ਕਰਦਾ। ਸਾਡੇ ਸੈੱਲ ਦੀ ਜਿਹੜੀ ਮਸ਼ੀਨਰੀ ਉਹ ਓਵਰਟੇਕ ਕਰਕੇ ਆਪਣਾ RNA ਬਣਾਉਣ ਲੱਗ ਪੈਂਦਾ, ਜਿਹਦੇ ਕਰਕੇ ਸਾਰਾ ਪਸਾਰਾ ਪੈਂਦਾ। ਇਸ ਲਈ ਇਹਨੂੰ ਆਪਾਂ ਇਨਰਟ ਕਰਾਂਗੇ, ਨਾ ਹੀ ਜਿੰਦਾ ਨਾ ਹੀ ਮਰਿਆ। ਲੇਕਿਨ ਜਿਉਂ ਸਾਊਥ ਕੋਰੀਆ ਤੋਂ ਟੈਸਟ ਕਰ ਰਹੇ ਸੀ, ਸਾਡੇ ਕੰਟਰੀ 'ਚ ਵੀ ਟੈਸਟ ਆ ਰਹੇ ਆ। 8ਵੇਂ 9ਵੇਂ ਦਿਨ ਬਾਅਦ ਇਹ ਵਾਇਰਸ ਦੀ ਸ਼ਮਤਾ ਨਹੀਂ ਰਹਿੰਦੀ ਵੀ ਗਾਂ ਜਾ ਕੇ ਆਪਣਾ ਉਹ ਕੰਮ ਕਰ ਸਕੇ। ਆਪਣੀ ਉਹ ਇੱਕ ਕਿਸਮ ਦਾ ਮਰਿਆ ਹੋਇਆ ਹੁੰਦਾ। ਪਹਿਲੇ 8-9 ਦਿਨ 'ਚ ਜ਼ਿਆਦਾ ਉਹ 1 ਤੋਂ 2 'ਚ ਸਪਰੈਡ ਹੁੰਦਾ। ਲੇਕਿਨ ਸਵਾਲ ਇਹ ਆ ਵੀ ਵਾਇਰਸ ਜਿਹੜੇ ਹੈਗੇ ਆ ਉਹ ਡੋਰਮੈਂਟ ਆ, ਇਨਰਟ ਆ, ਵੀ ਸੁੱਤੇ ਪਏ ਆ। ਉਹ ਜਾਗਦੇ ਤੁਹਾਡੇ ਸੈਲਸ ਦੇ ਵਿੱਚ ਜਾ ਕੇ ਹੀ ਆ। ਜੀ ਡਾਕਟਰ ਸਾਹਿਬ ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ ਜੀ। ਤੁਸੀਂ ਸਮਾਂ ਕੱਢਦੇ ਹੋ ਸਾਡੇ ਲਈ, ਖਾਸ ਤੌਰ ਦੇ ਉੱਤੇ ਲੋਕਾਂ ਨੂੰ ਬਹੁਤ ਸਾਰੀ ਜਾਣਕਾਰੀ ਬਹੁਤ ਸਾਦੀ ਭਾਸ਼ਾ ਦੇ ਵਿੱਚ ਦਿੰਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਸ਼ੁਕਰੀਆ ਜੀ। ਬਹੁਤ ਬਹੁਤ ਧੰਨਵਾਦ। ਖੁਸ਼ ਰਹੋ, ਆਬਾਦ ਰਹੋ। ਹੁਣ ਮੌਸਮ ਬਦਲ ਰਿਹਾ, ਸੂਰਜ ਵੀ ਹੈਗਾ, ਹਵਾ ਵੀ ਚੰਗੀ ਆ। ਬਾਹਰ ਜਾਓ, ਘੁੰਮੋ ਫਿਰੋ, ਆਪਣੇ ਜਿਹੜੇ ਹੈਗੇ ਸੁੱਖ ਦੁੱਖ ਪਰਿਵਾਰ ਦੇ ਨਾਲ ਫੋਲੋ, ਬਜ਼ੁਰਗਾਂ ਦੇ ਨਾਲ ਟਾਈਮ ਸਪੈਂਡ ਕਰੋ। ਲੇਕਿਨ ਪ੍ਰੀਕਾਸ਼ਨਸ ਅਜੇ ਵੀ ਰੱਖਣੀ ਆ ਅਸੀਂ। ਜਦ ਤੱਕ ਵੈਕਸੀਨ ਨਹੀਂ ਆਉਂਦੀ ਅਸੀਂ ਜ਼ਿਆਦਾ ਨੱਚਣਾ ਟੱਪਣਾ ਨਹੀਂ ਆ, ਵੱਡੀ ਗੈਦਰਿੰਗਸ ਨਹੀਂ ਕਰਨੀਆਂ, ਪਰਮੇਸ਼ਵਰ ਦੀ ਆਰਾਧਨਾ ਵੀ ਕਰਨੀ ਆ। ਖੁਸ਼ ਰਹੋ, ਆਬਾਦ ਰਹੋ, ਹੱਸਦੇ ਰਹੋ, ਵਸਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।